ਜੀ ਜੀ ਅਸੀਂ ਵੀ ਸਲਮਾਨ ਨਾ ਭਾਈ। ਅਸੀਂ ਵੀ ਨਾ ਕੋਈ ਛੋਟੀ ਜੀ ਬੈਠਕ ਇੱਕ ਕਿਰਾਏ ਤੇ ਲਈਏ, ਅਸੀਂ ਵੀ ਇੱਕ ਛੋਟੀ ਜੀ ਅਕੈਡਮੀ ਬਣਾਈਏ। ਸਲਮਾਨ ਤੇਰੇ ਪਿੱਛੂ ਸ਼ੋਰ ਆ ਰਿਹਾ, ਸਲਮਾਨ ਤੇਰੇ ਪਿੱਛੂ ਸ਼ੋਰ ਆ ਰਿਹਾ, ਪਿੱਛੂ ਤੇਰੀ ਉਹ। ਪਿੱਛੂ ਲੱਗਦਾ ਚਣੇ ਖਾਦੇ ਨੇ ਅੱਜ ਸਲਮਾਨ ਭਾਈ ਨੇ। ਤੇ ਆਪਣੀ ਪਹਿਲਾਂ ਪਿੱਛੇ ਦੀ ਆਵਾਜ਼ ਬੰਦ ਕਰ ਸਲਮਾਨ। ਅੱਛਾ ਵੈਸੇ ਹੀ ਨਾ ਅੱਜ ਮੈਂ ਸੋਸ਼ਲ ਮੀਡੀਆ ਨੂੰ ਛੱਡ ਦਿਓ। ਬੜਾ ਸੋਸ਼ਲ ਮੀਡੀਆ ਤੋਂ ਇਲਾਵਾ ਵੀ ਸੋਸ਼ਲ ਮੀਡੀਆ ਨੂੰ ਤੁਸੀਂ ਇੱਕ ਸਾਈਡ ਤੇ ਕਰ ਦਿਓ। ਸੋਸ਼ਲ ਮੀਡੀਆ ਤੋਂ ਇਲਾਵਾ ਵੀ ਇਹ ਗੱਲ ਅੱਛੀ ਨਹੀਂ ਲੱਗਦੀ ਕਿ ਤੁਸੀਂ ਕਿਸੇ ਮਹਿਫਲ 'ਚ ਬੈਠੇ ਹੋ ਤੇ ਤੁਸੀਂ ਉੱਥੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿਓ ਮੇਰੇ ਸਾਫਟਵੇਅਰ ਹਾਊਸ ਨੇ ਤੇ ਮੇਰੇ ਪੈਟਰੋਲ ਪੰਪ ਨੇ ਤੇ ਮੇਰੀਆਂ ਇੰਨੀਆਂ ਜ਼ਮੀਨਾਂ ਨੇ। ਵੈਸੇ ਨਹੀਂ ਯਾਰ ਅੱਛਾ ਲੱਗਦਾ, ਅਖਲਾਕੀ ਤੌਰ ਤੇ ਨਹੀਂ ਅੱਛਾ ਲੱਗਦਾ। ਹੋ ਸਕਦਾ ਤੁਹਾਡੇ ਦਰਮਿਆਨ ਕੋਈ ਮਾੜਾ ਬੰਦਾ ਬੈਠਾ ਹੋਏ, ਹੋ ਸਕਦਾ ਤੁਹਾਡੇ ਦਰਮਿਆਨ ਕੋਈ ਵਿਚਾਰਾ ਮਾੜਾ ਬੰਦਾ ਬੈਠਾ ਹੋਏ ਤੇ ਉਹਦੇ ਦਿਲ ਦੇ ਅੰਦਰ ਕੋਈ ਅਸਰ ਤਾਂ ਆ ਜਾਏ ਉਹਦੇ ਦਿਲ ਦੇ ਅੰਦਰ। ਜੀ ਭਾਈ ਐਡਾ ਤੂੰ ਰਹਿ ਗਿਆ ਨਰਥ ਸੁਦਾਗੜ ਹੈ। ਅਸੀਂ ਭਾਈ ਮੈਂ ਜਿੰਨੀ ਵਾਰੀ ਵੀ ਇਹਦੀ ਬਰੋਡ ਤੇ ਗਿਆ ਵਾਂ ਜਾਂ ਜਿੰਨੀ ਵਾਰੀ ਵੀ ਕਿਸੇ ਜਗ੍ਹਾ ਮਿਲਿਆ ਨਾ ਉੱਥੇ ਮੈਂ ਲਾਜ਼ਮੀ ਸੁਣਿਆ ਮੇਰੇ ਇੰਡੀਅਨ ਸਾਫਟਵੇਅਰ ਹਾਊਸ ਨੇ। ਯਾਰ ਬਦਨਾਮ ਹੋ ਜਾਏਗਾ ਹਰ ਜਗ੍ਹਾ ਦੇ ਉੱਤੇ ਨਾ, ਹਰ ਜਗ੍ਹਾ ਤੇ ਬਦਨਾਮ ਹੋ ਜਾਏਗਾ ਜੀ। ਉਤੋਂ ਉਹ ਪਾਸਪੋਰਟ ਦੀ ਆਪਣੀ ਨਵੀਂ ਗੱਲ ਸੁਣਨੀ ਹੈ। ਮੈਂ ਇਜ਼ਰਾਈਲ ਵੀ ਗਿਆ। ਜਾਮੀ ਸਾਹਿਬ ਪਤਾ ਉਹ ਜਾਮੀ ਆ ਗਿਆ ਵਾ ਯਾਰ। ਜਾਮੀ ਤੇ ਉਹ ਇਹ ਬੰਦਾ ਜਿਹਦੀ ਗੱਲ ਪੇ ਕਰਦੇ ਆ ਤਨਵੀਰ ਤਕੀਰ ਭਾਈ। ਪਤਾ ਕੀ ਗੱਲ ਹੈ, ਕੁਝ ਬੰਦੇ ਹੁੰਦੇ ਨੇ ਉਹਨਾਂ ਨੂੰ ਅਟੈਂਸ਼ਨ ਗ੍ਰੈਬ ਕਰਨੇ ਦਾ ਨਾ ਉਹ ਅਟੈਂਸ਼ਨ ਸੀਕਰ ਉਹਨਾਂ ਨੂੰ ਕਹਿੰਦੇ ਨੇ। ਠੀਕ ਹੈ, ਉਹ ਚਾਹੁੰਦੇ ਨੇ ਕਿ ਬੰਦੇ ਸਾਡੀ ਤਰਫ ਨਾ ਮਤਵੱਜੋ ਹੋਣ, ਮਤਲਬ ਕਿ ਭਾਈ ਉਹ ਦਿਲਚਸਪੀ ਸਾਡੇ ਚ ਲੈਣ ਕਿ ਯਾਰ ਇਹ ਬੜਾ ਵੱਡਾ ਬੰਦਾ ਹੈ, ਇਹਦੇ ਤਾਂ ਬੜੇ ਕੰਟੈਕਟ ਨੇ, ਇਹ ਤਾਂ ਬੜੀ ਵੱਡੀ ਕੋਈ ਚੀਜ਼ ਹੈ। ਹੁਣ ਇੱਥੇ ਅਸੀਂ ਵੀ ਆਏ ਵਾਂ ਅੱਬੂ ਹਸਨ ਭਾਈ, ਮੈਂ ਜੋ ਕੁਝ ਮੈਂ ਕਰਨਾ ਮੈਂ ਤੁਹਾਨੂੰ ਦੱਸਾਂ ਨਾ। ਸ਼ਾਇਦ ਭਾਈ ਉਸ ਦਿਨ ਸਲਮਾਨ ਭਾਈ ਵੀ ਸੀ ਮੇਰੇ ਨਾਲ, ਮੈਂ ਨਾ ਥੋੜੇ ਜਿਹੇ ਟੈਕਨੀਕਲ ਸਵਾਲ ਕੀਤੇ। ਮੈਂ ਆਪ ਸੌਫਟਵੇਅਰ ਇੰਜੀਨੀਅਰ ਹਾਂ, ਮੈਂ ਕੁਝ ਟੈਕਨੀਕਲ ਸਵਾਲ ਕੀਤੇ ਸੀ ਤੇ ਉਹ ਸਾਹਿਬ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਮੈਂ ਪੁੱਛ ਕੀ ਰਿਹਾ ਤੇ ਦੱਸ ਕੀ ਰਿਹਾ। ਯਾਰ ਉਹ ਸਾਡੇ ਨਾਲ ਇੰਜੀਨੀਅਰ ਕਾਮਰਾਨ ਭਾਈ ਨੇ, ਉਹ ਵੀ ਸੌਫਟਵੇਅਰ ਇੰਜੀਨੀਅਰ ਨੇ ਯਾਰ। ਅਸੀਂ ਤੇ ਨਹੀਂ ਕਦੀ ਯਾਰ ਮਸਲ ਮੈਂ ਕੀ ਕਰਦਾ ਰਿਹਾ ਸਾਬਕਾ ਯਾਰ। ਮੈਂ ਪਤਾ ਆਈਟੀ ਮੇਰੀ ਗੱਲ ਸੁਣੋ, ਮੈਂ ਵੀ ਅੱਜ ਇੱਕ ਗੱਪ ਛੱਡਣ ਲੱਗਾ ਸੁਣ ਲਓ ਜ਼ਰਾ। ਮੈਂ ਆਈਟੀ ਦੇ ਨਾਲ 99 ਤੋਂ ਵੀ ਪਹਿਲਾਂ ਦਾ ਮੈਂ ਆਈਟੀ ਦੇ ਨਾਲ ਰਿਲੇਟਡ ਹੈਗਾ। ਮੈਂ 99 ਤੋਂ ਵੀ ਪਹਿਲਾਂ ਦਾ। ਉਦੋਂ ਇਹਦੇ ਅੱਬੂ ਨੂੰ ਵੀ ਨਹੀਂ ਪਤਾ ਹੋਣਾ ਕਿ ਜਿਹੜਾ ਵੇ ਨਾ ਉਹ ਮਾਈਕਰੋਸਾਫਟ ਕੀ ਹੁੰਦਾ ਵੇ, ਮੈਕਨਤੋਸ਼ ਕੀ ਹੁੰਦਾ ਵੇ, ਐਪਲ ਕੀ ਹੁੰਦਾ। ਇਹਦੇ ਅੱਬੂ ਨੂੰ ਵੀ ਨਹੀਂ ਪਤਾ ਹੋਣਾ, ਮੈਨੂੰ ਪਤਾ। ਲੇਕਿਨ ਯਾਰ ਅਸੀਂ ਜਿਹੜਾ ਵੇ ਨਾ ਆਪਣਾ ਤਕੀਰ ਭਾਈ, ਮੈਂ ਸੀਰੀਅਸਲੀ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਮੈਂ ਆਈਟੀ ਦੇ ਨਾਲ ਹੀ ਮੇਰਾ ਤਾਲੁਕ ਹੈਗਾ ਵੇ। ਲੇਕਿਨ ਅਸੀਂ ਯਾਰ ਕਦੀ ਗੱਪਾਂ ਨਹੀਂ ਛੱਡੀਆਂ, ਕਦੀ ਮੈਂ ਆ ਵਾਂ, ਮੈਂ ਉਹ ਵਾਂ, ਮੈਂ ਫਲਾਣਾ ਵਾਂ, ਮੈਂ ਟਿਮਕਾਣਾ ਵਾਂ, ਮੈਂ ਇਹ ਕੀਤਾ ਦਾ, ਮੈਂ ਉਹ ਕੀਤਾ ਦਾ। ਹਾਲਾਂਕਿ ਉਸ ਦੌਰ ਦੇ ਵਿੱਚ ਕਮਾਂਡ ਪ੍ਰੌਂਪਟ ਦੇ ਵਿੱਚ ਸਾਰਾ ਕੰਮ ਚੱਲਦਾ ਹੁੰਦਾ ਸੀ। ਪਤਾ ਕਿ ਮੈਂ ਡੌਸ ਪ੍ਰੌਂਪਟ ਦੇ ਵਿੱਚ ਮੈਂ ਆਪੀ ਖੁਦ ਡੌਸ ਪ੍ਰੌਂਪਟ ਦੇ ਵਿੱਚ ਮੈਂ ਵਿੰਡੋ 95 ਇੰਸਟਾਲ ਕੀਤੀ ਸੀ ਆਪੀ ਖੁਦ ਮੈਂ। ਭਾਈ ਲੋਟਸ 1 2 3 ਯਾਦ ਹੈ ਤੁਹਾਨੂੰ? ਹੁਣ ਜੀ ਯਾਦ ਗੱਲ ਨਹੀਂ ਕਰਨਾ ਚਾਹੁੰਦਾ। ਮੇਰੇ ਘਰ ਦਾ ਬੰਦਾ ਟਰਾਂਸਪੋਰਟ ਫਾਰ ਲੰਡਨ TFL ਟਰਾਂਸਪੋਰਟ ਫਾਰ ਲੰਡਨ ਜਿਹੜੀ ਗਵਰਨਮੈਂਟ ਦੀ ਮਤਲਬ ਇਹ ਕਿ ਇੱਥੇ ਰਜਿਸਟਰਡ ਹੈ ਸਾਰਾ, ਮਤਲਬ ਗਵਰਨਮੈਂਟ ਦੀ ਵੇ ਅਦਾਰਾ ਹੈ, ਉਹਨਾਂ 'ਚ ਕੰਮ ਕਰਦਾ ਰਿਹਾ। ਫਿਰ ਬਲੈਕ ਰੌਕ ਇਹ ਜੇ ਅਗਰ ਅਮਰੀਕਾ ਤੋਂ ਹੈ ਨਾ ਤੇ ਜਿਹੜੇ ਲੋਕ ਫਾਈਨੈਂਸ ਦੇ ਰਿਲੇਟਿਡ ਨੇ, ਬਲੈਕ ਰੌਕ ਸਭ ਤੋਂ ਵੱਡੀ ਕੰਪਨੀ ਹੈ ਜਿਹੜੀ ਈਵਨ ਅਮਰੀਕਾ ਨੂੰ ਵੀ ਚਲਾਉਂਦੀ ਹੈ। ਟ੍ਰਿਲੀਅਨ ਦੀ ਕੰਪਨੀ। ਮਕਸਦ ਗੱਲ ਕਰਨ ਦਾ ਪਤਾ ਕੀ ਹੈ, ਮਕਸਦ ਕੀ ਹੈ ਭਲਾ? ਜੋ ਵੀ ਜੌਬ ਆਫਰ ਆਏ ਆ, ਲੇਕਿਨ ਯਾਰ ਹੁਣ ਅਸੀਂ ਇਹ ਗੱਪਾਂ ਮਾਰ ਕੇ ਇੱਥੇ ਆ ਕੇ ਬੰਦਾ ਸਿਰਫ ਇੰਨਾ ਪੁੱਛ ਲਿਆ ਇਸ ਬੇਵਕੂਫ ਦੇ ਕੋਲੋਂ, ਪਾਗਲ ਦੇ ਕੋਲੋਂ ਕਿ ਯਾਰ ਅਗਰ ਤੇਰੇ 4 ਸੌਫਟਵੇਅਰ ਹਾਊਸ ਨੇ, ਅਗਰ ਤੇਰੇ 400 ਵੀ ਹੈ ਨਾ ਤਸਦੀਕ, ਅਗਰ ਤੇਰੇ 4 ਸੌਫਟਵੇਅਰ ਹਾਊਸ ਦੀ ਜਗ੍ਹਾ ਤੇ ਅਗਰ 400 ਵੀ ਹੋਣ ਤੇ ਯਾਰ ਸਾਨੂੰ ਉਹਦਾ ਕੀ ਫਾਇਦਾ ਜਾਂ ਕਿਸੇ ਮਰਜ਼ਈ ਨੂੰ ਉਹਦਾ ਕੀ ਫਾਇਦਾ? ਸਾਡੀ ਜਿਹੜੀ ਡਿਬੇਟ ਹੋ ਰਹੀ ਏ ਉਸ ਡਿਬੇਟ ਦੇ ਅੰਦਰ ਕੁਰਾਨ ਦੀ ਹਦੀਸ 'ਚ ਲਿਖਿਆ ਜਾਵੇ ਕਿ ਤੇਰੇ 4 ਸੌਫਟਵੇਅਰ ਹਾਊਸ ਨੇ ਤੇਰੇ, ਉਹਦਾ ਫਾਇਦਾ ਕੀ ਹੈ? ਉਸ ਤੋਂ ਬਾਅਦ ਵੀ ਕੋਈ ਆ ਕੇ ਗੱਲ ਹੋਈ ਏ? ਉਸ ਤੋਂ ਬਾਅਦ ਆਏ ਨੇ ਤੇ ਕੋਈ ਗੱਲ ਹੋਈ ਜੀ ਭੈਣ? ਉਸ ਤੋਂ ਬਾਅਦ ਭੈਣ ਰਾਣੇ ਨਹੀਂ ਮੈਂ ਤੇ ਬਲਾਕ ਕਰ ਦਿੱਤਾ, ਮੈਂ ਤੇ ਬਲਾਕ ਹੀ ਕਰ ਭੈਣ ਰਾਣੇ
ਹੱਸ ਭਾਈ ਕਿਧਰ ਪਾਇਆ ਨਾ ਕੈਮਰਾ ਔਨ ਕੀਤਾ ਤੇ ਯਾਰ ਅੱਛਾ ਹੁਣ ਸਟਾਈਲ ਕੀ ਹੈ ये देखे ना मेरी वाइफ ने मछलियां भेज दी हैं मैंने मछलियों का क्या करना है ये देखे मछलियां सलमान भाई एक मिनट यार मछली बोए गल तो पछाड़ देना गल की होई अच्छा मोहन भाई की गल होई उस तो बाद कोई गल होई है भाई नहीं चलेगा सन फिर उस तो बाद कोई गल होई है आसिफ भाई मैं ਤੁਹਾਨੂੰ ਇੱਕ ਮਜ਼ੇ ਦੀ ਗੱਲ ਸੁਣਾਵਾਂ आज पोशी किड्डी जबरदस्त करता वो बंदा ये आसिफ भाई जो है ये मुफ्तियान आसिफ भाई और उस्मान भाई ये मुफ्तियान के दरमियान ओ यार कोई गल भी तो दसो ना ओ तकीर भाई उस तो बाद कोई गल होई है मैं तो फोन कॉल पे टुर गया था ਨਹੀਂ ਉਹਦੇ ਬਾਅਦ ਕੋਈ ਗੱਲ ਨਹੀਂ ਨਹੀਂ ਉਹਦੇ ਬਾਅਦ ਉਹ ਕਹਿੰਦਾ ਮੈਂ ਜਿਮ ਜਾਣਾ ਹੈ ਮੇਰੇ 3 ਟ੍ਰੇਨਰ ਹੈਗੇ ਨੇ ਉਹਨਾਂ 'ਚ ਇੱਕ ਲੜਕੀ ਵੀ ਟ੍ਰੇਨਰ ਹੈ ਉਹਨਾਂ ਦਾ ਬੰਦਾ ਵੀ ਇਹਦਾ ਕੁਰਾਨ ਮੈਂ ਸੁਣਿਆ ਨਾ ਨਹੀਂ ਯਾਰ ਨਹੀਂ ਆਦੀ ਉਹ ਤਾਂ ਮਰਦਾ ਹੀ ਅਨਪੜ੍ਹ ਸੀ ਅਬੂ ਹਸਨ ਭਾਈ ਉਹ ਤਾਂ ਮਰਦਾ ਹੀ ਅਨਪੜ੍ਹ ਸੀ ਜੇ ਕੋ ਥੋੜਾ ਜਿਹਾ ਵੀ ਹੁਸ਼ਿਆਰ ਹੁੰਦਾ ਨਾ ਉਹਨੇ ਉੱਥੇ ਬੰਦੂਕ ਘਰ ਛੱਡਣੀ ਸੀ ਹੱਡ 'ਚ ਕਿ ਤੂੰ ਇੱਥੇ ਇਸਲਾਮ ਦਾ ਸਾਨੂੰ ਦੱਸ ਰਿਹਾ ਤੂੰ ਲੜਕੀਆਂ ਦੇ ਨਾਲ ਕਰ ਰਿਹਾ ਟ੍ਰੇਨਿੰਗ ਕਰ ਰਿਹਾ ਅੱਗੋਂ ਤੇਰਾ ਸਾਰਾ ਜਿਹੜਾ ਹੈ ਉਹ ਯਹੂਦੀ ਰੱਬੀ ਹੈ ਤੂੰ ਗੈਰ ਮੁਸਲਮਾਨਾਂ 'ਚ ਸ਼ਾਦੀ ਕੀਤੀ ਹੈ ਤੇ ਤੂੰ ਇੱਥੇ ਸਾਨੂੰ ਦੇ ਰਿਹਾ ਦਰਸ ਜਾ ਕੇ ਪਹਿਲਾਂ ਆਪਣਾ ਘਰ ਠੀਕ ਕਰ ਤੇ ਫਿਰ ਸਾਨੂੰ ਆ ਕੇ ਦਰਸ ਦੇ ਯਾਰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੀਆਂ ਮੈਂ ਤੇ ਹਲਾਕੇ ਕਹਿਣਾ ਸੀ ਕਸਮ ਖੁਦਾ ਦੀ ਮੈਂ ਕਹਿਣਾ ਸੀ ਜਿਹੜਾ ਬੰਦਾ ਬੜਬੋਲਾ ਹੁੰਦਾ ਨਾ ਬੜਬੋਲਾ ਉਹ ਹਮੇਸ਼ਾ ਮੇਰੀ ਗੱਲ ਯਾਦ ਰੱਖਿਓ ਬੜਬੋਲਾ ਇਨਸਾਨ ਜਿਹੜਾ ਹੁੰਦਾ ਨਾ ਉਹਦਾ ਬੜਾ ਕਵੀ ਇਮਕਾਨ ਹੁੰਦਾ ਕੋਈ ਬੰਦਾ ਝੂਠ ਬੋਲ ਰਿਹਾ ਜਿਹੜਾ ਬੰਦਾ ਬੜਬੋਲਾ ਹੁੰਦਾ ਨਾ ਬੜਬੋਲਾ ਉਸ ਬੰਦੇ ਦਾ ਝੂਠ ਬੋਲਣ ਦਾ ਇਮਕਾਨ ਬਹੁਤ ਜ਼ਿਆਦਾ ਹੁੰਦਾ ਬਾਅਦ ਕੋ ਤੋਂ ਨਹੀਂ ਵੀ ਚਾਹੁੰਦਾ ਤੇ ਉਹਦੇ ਮੂੰਹ 'ਚ ਝੂਠ ਨਿਕਲ ਜਾਂਦਾ ਕਿਉਂਕਿ ਬੜਬੋਲਾ ਗੱਲ ਨੂੰ ਮਿਲਾਉਣ ਵਾਸਤੇ ਫਿਕਰੇ ਨੂੰ ਫਿਕਰੇ ਨਾਲ ਮਿਲਾਉਣ ਵਾਸਤੇ ਹੋ ਸਕਦਾ ਕਿ ਉਹਦੀ ਜ਼ੁਬਾਨ ਤੋਂ ਝੂਠ ਨਿਕਲ ਜਾਵੇ ਕਵੀ ਇਮਕਾਨ ਹੁੰਦਾ ਜੇ ਬੜਾ ਕਵੀ ਇਮਕਾਨ ਹੁੰਦਾ ਜੇ ਇਸ ਵਾਸਤੇ ਇਨਸਾਨ ਨੂੰ ਕੰਮ ਦੀ ਗੱਲ ਕਰਨੀ ਚਾਹੀਦੀ ਥੋੜੀ ਗੱਲ ਕਰਨੀ ਚਾਹੀਦੀ ਕੰਮ ਦੀ ਗੱਲ ਕਰੋ ਬਸ ਗੱਲ ਖਤਮ ਕੰਮ ਦੀ ਗੱਲ ਕਰਕੇ ਚੁੱਪ ਹੋ ਜਾਓ ਲੋ ਫਿਰ ਅਸ ਭਾਈ ਜਿਹੜਾ ਹੁਣ ਚੇਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਜੇ ਹੁਣ ਮੇਰੇ ਵੱਲੋਂ ਤੁਸੀਂ ਬਲਾਕ ਕੀਤਾ ਉਹ ਮੈਂ ਭਾਜੀ ਉਹ ਮੇਰੀ ਗੱਲ ਸੁਣੋ ਸਾਡੇ ਵਾਸਤੇ ਨਮੋਸ਼ੀ ਦਾ ਬਾਇਸ ਹੈ ਕਿ ਯਾਰ ਇੱਕ ਬੰਦਾ ਸਾਡੇ ਦਰਮਿਆਨ ਆ ਕੇ ਬਹਿੰਦਾ ਤੇ ਮਿੰਟ ਦੇ ਉੱਤੇ ਕਹਿੰਦਾ ਮੇਰੇ ਜਨਾਬ 4 ਸੌਫਟਵੇਅਰ ਹਾਊਸ ਨੇ ਮੇਰੇ ਜਨਾਬ ਮੈਂ ਵੀ ਥੋੜੀ ਜਿਹੀਆਂ ਛੱਡਣ ਲੱਗਾ ਮੈਂ ਵੀ ਅਬੂ ਹਸਨ ਭਾਈ ਜੋ ਬਗਾ ਰਹੇ ਮੱਛੀ ਬੋਏ ਅੱਛਾ ਗੱਲ ਇਹ ਹੈ ਕਿ ਮੇਰਾ ਵੀ ਦੁਬਈ ਦੇ ਵਿੱਚ ਫਲੈਟ ਹੈ ਯੂਕੇ ਦੇ ਵਿੱਚ ਮੇਰੇ ਵੀ 2 ਘਰ ਨੇ ਠੀਕ ਹੈ ਮੇਰੇ ਕੋਲ ਵੀ 2 ਇੱਥੇ ਮਰਸੀਡੀਜ਼ ਗੱਡੀਆਂ ਖਲੀਆਂ ਤਾਂ ਵਾਕਈ ਖਲੀਆਂ ਨੇ ਮੈਂ ਝੂਠ ਨਹੀਂ ਬੋਲਦਾ ਸ਼ਾਇਦ ਭਾਈ ਇੱਕ ਘਰ ਮੈਨੂੰ ਕਿਰਾਏ ਤੇ ਦੇ ਦਿਓ ਯਾਰ ਆ ਜਾਓ ਸਲਾਓ ਆ ਜਾਓ ਲੈ ਲਓ ਸਲਾਓ ਯਾਰ ਕਸਮ ਮੈਂ ਮਜ਼ਾਕ ਨਹੀਂ ਕਰ ਰਿਹਾ ਸੀਰੀਅਸਲੀ ਆਲਾ ਬਸ ਫੜਾ ਬੰਦ ਹੋ ਗਈ ਹੈ ਅੱਛਾ ਪਤਾ ਕੀ ਗੱਲ ਸੁਣੋ ਮੈਂ ਜਿਹੜੀ ਗੱਲ ਅੱਗੇ ਕੀਤੀ ਹੈ ਨਾ ਗੱਲ ਦਾ ਫੇਰ ਲੁਬੇ ਲਬਾਬ ਉਹੀ ਕਿ ਬਈ ਅਸੀਂ ਭਾਵੇਂ ਜੋ ਮਰਜ਼ੀ ਹੈ ਭਾਵੇਂ ਕੋਈ ਬੰਦਾ ਟਰੰਪ ਦਾ ਸਾਲਾ ਵੀ ਹੈ ਯਾਰ ਉਹ ਤਾਂ ਸਾਨੂੰ ਫਾਇਦਾ ਕੀ ਹੈ ਐਸੇ ਜਿਹੜੀ ਡਿਬੇਟ ਹੋ ਰਹੀ ਹੈ ਨਹੀਂ ਵਾਕਈ ਤਕੀਰ ਭਾਈ ਚਾਹੀਦਾ ਤੇ ਆ ਜਾਓ ਸਲਾਓ ਕਸਮ ਮੈਂ ਮਜ਼ਾਕ ਨਹੀਂ ਕਰਦਾ ਸਲਾਓ ਆ ਜਾਓ ਲੈ ਲਓ ਮੈਂ ਤੁਹਾਡੇ ਨਾਲ ਬਾਅਦ ਚੋਂ ਮੈਂ ਜਿਹੜੀ ਗੱਲ ਕਰ ਰਿਹਾ ਮੈਨੂੰ ਤੇ ਉਹਦਾ ਇੱਥੇ ਸਾਡੀ ਜਿਹੜੀ ਡਿਬੇਟ ਹੋ ਰਹੀ ਹੈ ਮਸਲ ਤੁਸੀਂ ਇੱਕ ਮਰਦਈ ਨੂੰ ਦਲਾਇਲ ਦੇ ਰਹੇ ਹੋ ਉਹਨਾਂ ਨੂੰ ਦਲਾਇਲ ਦਿੰਦਿਆਂ ਤੁਸੀਂ ਵਿੱਚ ਕਹਿ ਦਿਓ ਯਾਰ ਮੇਰੇ ਕੋਲ 20 ਮੱਝਾਂ ਨੇ ਤੈਨੂੰ ਪਤਾ ਜਾਂ ਉਹਨੂੰ ਬੰਦਾ ਕਹਿ ਦੇਵੇ ਕਿ ਤੈਨੂੰ ਪਤਾ ਮੇਰੇ ਕੋਲ 100 ਬੱਕਰੀਆਂ ਨੇ ਉਹ ਬੰਦਾ ਪੁੱਛਿਆ ਤਾਂ ਉਸ ਡਿਬੇਟ ਦੇ ਨਾਲ ਕੀ ਲੈਣਾ ਦੇਣਾ ਹੈ ਮਸਲ ਕੋ ਅਕਲਮੰਦ ਇਨਸਾਨ ਜੀ ਸ਼ਊਰ ਆਦਮੀ ਉਹ ਕਹੇਗਾ ਯਾਰ ਡਿਬੇਟ ਦੇ ਨਾਲ ਇਸ ਗੱਲ ਦਾ ਕੀ ਤਾਲੁਕ ਹੈ ਕਿ ਮੇਰੇ 4 ਸੌਫਟਵੇਅਰ ਹਾਊਸ ਨੇ ਜਾਂ ਮੈਂ 3 ਟ੍ਰੇਨਰ ਰੱਖੇ ਦੇ ਨੇ ਮੈਂ ਜਿਮ ਜਾਣਾ ਮੇਰੇ 3 ट्रेनर ने उन्होंने लड़की ट्रेनर है अबू हसन भाई उस गुफ्तगू के दौरान ही बड़ी तहकीर के साथ उस बंदे को कहा कि तुम्हारी टुच्ची सी कंपनी के लिए सुने सी तुसी ਉਹ ਬਹਰਹਾਲ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਨਾ ਭਾਵੇਂ ਨੇ ਜਿਹੜਾ ਬੰਦਾ ਬੜਬੋਲਾ ਹੁੰਦਾ ਨਾ ਉਹਦੇ ਗੱਲ ਦੇ ਅੰਦਰ ਝੂਠ ਦਾ ਸ਼ਾਇਬਾ ਹੋਣਾ ਇਹ ਬੜਾ ਕਵੀ ਇਮਕਾਨ ਹੁੰਦਾ ਹੈ ਕਿ ਉਹ ਬੰਦਾ ਆਪਣੀ ਗੱਲ ਨੂੰ ਸੱਚਾ ਸਾਬਤ ਕਰਨ ਵਾਸਤੇ ਉਹ ਬੰਦਾ ਝੂਠ ਬੋਲੇ ਇਹ ਬੜਾ ਕਵੀ ਇਮਕਾਨ ਹੁੰਦਾ ਹੈ ਇਹੋ ਜਿਹਾ ਬੰਦਾ ਬੜਾ ਖਤਰਨਾਕ ਹੁੰਦਾ ਹੈ
ਮੈਂ ਇਸ ਵਾਸਤੇ ਉਹਨੂੰ ਬਲਾਕ ਕੀਤਾ ਮੈਂ। ਚਲੋ ਛੱਡੋ ਅੱਬੂ ਹਸਨ ਭਾਈ, ਛੱਡੋ ਸੂਟ ਛੱਡੋ। ਟੀਜੀਪੀ ਵੀ ਉਹ ਦੁਕਾਨੋਂ ਲੱਭ ਰਿਹਾ ਉੱਥੇ ਸਾਰੇ ਮੈਂ ਤੇ ਉਹਦੀ ਬਰਾੜ ਤੇ ਨਹੀਂ ਜੇ ਗਿਆ ਕਦੀ। ਉਹ ਬਰਾੜ ਲਾਂਦਾ, ਮੈਨੂੰ ਪਤਾ ਹੈ ਲਾਂਦਾ ਬਰਾੜ। ਮੈਂ ਕਦੀ ਉਹਦੀ ਬਰਾੜ ਤੇ ਅੱਜ ਤੱਕ ਨਹੀਂ ਗਿਆ। ਕੁੜੀਆਂ ਦੇ ਨਾਲ ਬੈਠਾ ਹੁੰਦਾ ਯਾਰ। ਉਹ ਚਲੋ ਇੱਕ ਲੈਦਾ ਮੈਟਰ ਹੈ, ਉਹ ਇੱਕ ਲੈਦਾ। ਅੱਬੂ ਹਸਨ ਭਾਈ ਜੀ ਅੱਲਾਹ ਦੇ ਵਾਲੇ ਮੈਂ ਹੁਣ ਪਹੁੰਚ ਗਿਆ ਘਰ। ਤੁਕੀ ਅੱਲਾ ਹੈ। ਸਲਮਾਨ ਭਾਈ ਸੋਰੀ ਅਗਰ ਕੋਈ ਬੁਰਾ ਭਲਾ ਲੱਗਾ ਹੋਵੇ ਤੇ ਤੁਹਾਡੇ ਵੈਸੇ ਪਿੱਛੋਂ ਸ਼ੋਰ ਆ ਰਿਹਾ ਸੀ। मेरी जान दे टोटे ਨਹੀਂ ਸ਼ਾਦ ਭਾਈ ਬੁਰਾ ਨਹੀਂ ਵੀ ਲੱਗੇ ਨਾ, ਫਿਰ ਵੀ ਬੁਰਾ ਨਹੀਂ ਵੀ ਲੱਗੇ ਨਾ ਉਹਨਾਂ ਨੂੰ, ਉਹ ਕੋਈ ਨਹੀਂ ਆਪਣੇ ਭਰਾ ਨੇ, ਲੇਕਿਨ ਦੂਸਰੇ ਸੁਣਨੇ ਵਾਲੇ ਨਹੀਂ ਮਜ਼ਾਕ ਕਰ ਰਹੇ ਸਾਂ ਉਸਮਾਨ ਭਾਈ, ਐਸੀ ਕੋਈ ਗੱਲ ਨਹੀਂ, ਤੁਹਾਨੂੰ ਪਤਾ ਹੀ ਹੈ ਵੈਸੇ ਕੋਈ ਮਾਮਲਾ ਨਹੀਂ। ਓਕੇ ਜਦੋਂ ਕਿਤੇ ਅਸੀਂ WhatsApp ਤੇ ਹੋਵਾਂਗੇ ਨਾ ਤੇ ਉਦੋਂ ਕਰ ਲਿਆ ਜੀ ਇੰਜ ਦੀਆਂ। ਓਕੇ ਜੀ ਅੱਲਾਹ ਹਾਫਿਜ਼। ਯਾਰ ਅੱਛਾ ਉਸਮਾਨ ਭਾਈ, ਤੇ ਮੈਨੂੰ ਨੌਕਰੀ ਦੇ ਦਿਓ। ਮੈਨੂੰ ਜ਼ਿਆਦਾ ਤੋਂ ਜ਼ਿਆਦਾ ਇਹੀ ਹੈ ਕਿ ਮੈਂ 15-20 ਮਿੰਟ ਹੋਰ ਆ ਤੇ ਤੁਸੀਂ ਆਪਣੇ ਜਿਹੜਾ ਨਾ ਉਹ ਛੁਰੀਆਂ ਨੇਜ਼ੇ ਤੇਜ਼ ਕਰ ਲਓ। ਬਰਾੜ ਫਿਰ ਤੁਸੀਂ ਆਪਣੀ ਲਾਣੀ ਉਸਮਾਨ ਭਾਈ। ਚਲੋ ਮੈਂ ਰੈਡੀ। मजे की बात बताऊं, ਜੀ ਜੀ मैंने बड़ी मुद्दत बाद ना एक छोटी ਜਿਹੀ ਅਰਬੀ ਦੁਕਾਨ ਤੋਂ ਅਮਰੂਦ ਲੱਭੇ ਜੇ। ਮਾਸ਼ਾਅੱਲਾ ਇੱਥੇ ਮਾਸ਼ਾਅੱਲਾ ਯਾਰ ਜ਼ਬਰਦਸਤ। ਅਮਰੂਦ ਨਹੀਂ ਮਿਲਦੇ ਯਾਰ, ਬੜੀ ਚੀਜ਼ਾਂ ਨਹੀਂ ਯਾਰ ਨਹੀਂ ਮਿਲਦੀ। ਮੈਂ ਫਿਰ ਅਸਲ 'ਚ ਹੁੰਦਾ ਪਤਾ ਕੀ ਇਹ ਉਹ ਆਪਣਾ ਕਈ ਲੋਕਾਂ ਦੇ ਨਾਲ ਇਹਨਾਂ ਦੀ ਜਿਹੜਾ ਵੇ ਨਾ ਉਹ ਨਹੀਂ ਹੁੰਦੀ ਨਾ ਤਜਾਰਤ। ਜਿਸ ਤਰ੍ਹਾਂ ਅਰਬ ਮਮਾਲਕ ਨੇ, ਮਿਸਰ ਹੋ ਗਿਆ ਜਾਂ ਦੀਗਰ ਹੋਰ ਮਮਾਲਿਕ ਹੋ ਗਏ, ਜਿੱਥੋਂ ਫਲ ਵਗੈਰਾ ਆਉਂਦੇ ਨੇ, ਉਹਨਾਂ ਦੇ ਨਾਲ ਇਹਨਾਂ ਦੀ ਤਜਾਰਤ ਨਹੀਂ ਹੋਣੀ। ਜਾਂ ਚਾਈਨਾ ਦੇ ਨਾਲ ਨਹੀਂ ਹੋਣੀ ਤਜਾਰਤ, ਪਾਕਿਸਤਾਨ ਨਾਲ ਨਹੀਂ ਹੋਣੀ। ਜਿੱਥੋਂ ਫਲ ਆਣਾ ਵੇ ਉਹਨਾਂ ਦੇ ਨਾਲ ਇਹਨਾਂ ਦੀ ਤਜਾਰਤ ਨਹੀਂ ਹੋਣੀ। ਐਸੇ ਵਜ੍ਹਾ ਦੇ ਨਾਲ ਤੁਹਾਨੂੰ ਨਹੀਂ ਫਲ ਮਿਲ ਰਿਹਾ, ਇਹ ਵਜ੍ਹਾ। ਸਲਮਾਨ ਭਾਈ ਕੀ ਦੁੱਖੀ ਲੱਗ ਤੇ ਤੁਸੀਂ ਪੈਰ ਰੱਖਤਾ ਹੈ ਕਸਮੇ। ਹੁਣ ਇੱਥੇ ਆਓ, ਇੱਥੇ ਤੁਹਾਨੂੰ 50 ਰੁਪਏ ਕਿਲੋ ਜਿੰਨੇ ਅਮਰੂਦ ਚਾਹੀਦੇ ਨੇ ਤੁਹਾਨੂੰ ਲੈ ਦਿੰਦੇ ਆ 50 ਰੁਪਏ ਕਿਲੋ ਦੇ ਹਿਸਾਬ। ਇੱਥੇ ਨਾ ਬੇਗਮ ਜਦੋਂ ਮੇਰੀ ਇੱਥੇ ਆਈ ਹੈ ਤੇ ਮੈਂ ਉਹ ਕਹਿੰਦੀ ਕਿ ਅਮਰੂਦ ਖਾਣਾ ਹੈ। ਮੈਂ ਹੁਣ ਲੱਭਾ ਅਮਰੂਦ ਕਿੱਥੇ ਹੈ। ਮੈਨੂੰ ਇੱਕ ਦੁਕਾਨ ਤੇ ਲੱਭੇ ਅਮਰੂਦ 2 ਪਾਉਂਡ ਤੇ 2 ਅਮਰੂਦ 2 ਪਾਉਂਡ ਯਾਨੀ ਕਿ 700 ਰੁਪਇਆ 2 ਪਾਉਂਡ ਤੇ 2 ਅੱਲਾ ਦੀ ਕਸਮ ਹੈ। ਜਦ ਮੈਂ ਖਾਦੇ ਤੇ ਮੇਰਾ ਦਿਲ ਕਰਦਾ ਮੈਂ ਥੁੱਕ ਦਿਆਂ। ਅੱਛਾ ਆਸਿਫ ਭਾਈ ਦੇਖੋ ਨਾ, ਹੁਣ ਗਰਮੀਆਂ ਗਈਆਂ ਨੇ ਨਾ ਤੇ ਇੱਥੇ ਅੰਬ ਆਂਦਾ ਪਾਕਿਸਤਾਨੀ, ਠੀਕ ਹੈ ਜੀ। ਮੈਂ ਭਾਜੀ ਸਾਰੀ ਗਰਮੀ ਅੰਬ ਰੱਜ ਕੇ ਖਾਦਾ। ਮੈਂ ਨਾਲ ਨਾ 3 ਅੰਬਾਂ ਦੇ ਛਾਪਰ ਬਣਾ ਕੇ ਨਾ ਮੈਂ ਫਰੀਜ਼ ਕਰਤੇ ਨੇ, ਕੋਈ 15 ਕੁ ਪੈਕਟ। ਜੀ ਜੀ। ਹੁਣ ਜਦੋਂ ਬਰਫ਼ ਪੈਂਦੀ ਹੋਏਗੀ ਨਾ, ਆਹਾ ਮਤਲਬ ਸ਼ੇਕ ਬਣਾ ਕੇ ਤੇ ਚਲੋ ਜੀ ਉਹਦਾ ਟੇਸਟ ਹੀ ਆਪਣਾ। ਇੱਥੇ ਐਸਾ ਨਹੀਂ ਕਰਦੇ ਨੇ, ਤੁਹਾਨੂੰ ਪਤਾ ਜਿਹੜੇ ਇੱਥੇ ਮਿਲਕ ਸ਼ੇਕ ਦਾ ਕੰਮ ਕਰਦੇ ਨੇ ਨਾ, ਉਹਨਾਂ ਨੂੰ ਪਤਾ ਹੈ ਕਿ ਹੁਣ ਅੰਬਾਂ ਦਾ ਸੀਜ਼ਨ ਆਊਟ ਹੋ ਚਲਿਆ। ਉਹ ਫਿਰ ਕੀ ਕਰਦੇ ਨੇ, ਉਹ ਸਿੰਦਰੀ ਅੰਬ ਲੈ ਕੇ ਨਾ ਇਕੱਠਾ ਤੇ ਉਹਨੂੰ ਛਿੱਲ ਕੇ ਤੇ ਉਹਨੂੰ ਫਰੀਜ਼ ਕਰ ਦਿੰਦੇ ਨੇ। ਇੱਥੇ ਇਸ ਤਰ੍ਹਾਂ ਹੀ ਕਰਦੇ। ਉੱਥੇ ਬਾਹਰ ਵੀ ਹੁਣ ਮੈਂ ਜਦੋਂ ਬਾਹਰ ਹੁੰਦਾ ਨਾ ਤੇ ਉੱਥੇ ਵੀ ਜਿਹੜਾ ਵੇ ਨਾ ਉਹ ਫਰੀਜ਼ ਹੋਇਆ ਦਾ ਮੈਂਗੋ ਦਾ ਆਉਂਦਾ ਵੀ, ਉਹ ਫਰੀਜ਼ ਹੋਇਆ ਹੁੰਦਾ ਤੇ ਉਹ ਸ਼ੇਕ ਜਿਹੜੇ ਬਣਾਉਂਦੇ ਨੇ ਉਹੀ ਇਸਤੇਮਾਲ ਕਰਦੇ। ਭਾਈ ਇੱਥੇ ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਹਰ ਬੰਦਾ ਜਦੋਂ ਗਰਮੀ ਆਂਦੀ ਹੈ ਨਾ, ਹਰ ਦੁਕਾਨ ਦੇ ਉੱਤੇ ਭਾਜੀ ਉਹਨਾਂ ਨੇ ਵੱਡਾ ਸਾਰਾ ਲਿਖ ਕੇ ਲਾਇਆ ਹੁੰਦਾ ਪਾਕਿਸਤਾਨ ਮੈਂਗੋ। ਆਹੋ ਪਾਕਿਸਤਾਨੀ ਅੰਬ ਯਾਰ ਨਾ ਫੇਮਸ ਹੈ। ਜਿਹੜਾ ਤੁਹਾਡੇ ਜਿਹੜੇ ਆ 2 ਮੈਂਗੋ ਨੇ ਨਾ, ਇੱਕ ਸਿਨਰੀ ਤੇ ਇੱਕ ਚੌਂਸਾ, ਇਹ 2 ਐਸੇ ਹੈਗੇ ਨੇ, ਇਹਨਾਂ ਦੀ ਦੁਨੀਆ ਤੇ ਇਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਕੋਈ ਦੁਨੀਆ ਤੇ ਜੋੜ ਹੀ ਕੋਈ ਨਹੀਂ ਹੈ। ਹਾਲਾਂਕਿ ਤੁਹਾਨੂੰ ਇਸ ਗੱਲ ਦਾ ਸ਼ਾਇਦ ਇਲਮ ਨਾ ਹੋਏ, ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਜਿਹੜਾ ਅਸਲ ਸਿਨਰੀ ਆਮ ਸੀ ਨਾ ਉਹ ਖਤਮ ਹੋ ਗਿਆ। ਕਿਉਂਕਿ ਉੱਥੇ ਉਹਨਾਂ ਨੇ ਪਾਣੀ ਨਾ ਹੋਣ ਦੀ ਵਜ੍ਹਾ ਦੇ ਨਾਲ ਉਹਨਾਂ ਨੇ ਅੰਬਾਂ ਦੀਆਂ ਫਸਲਾਂ ਜਿਹੜੀਆਂ ਸਨ ਨਾ, ਬਾਗ ਸਨ ਜਿਹੜੇ, ਉਹਨਾਂ ਨੂੰ ਉਹਨਾਂ ਨੇ ਅੱਗ ਲਾ ਦਿੱਤੀ ਸੀ। ਕਿਉਂਕਿ ਉੱਥੇ ਉਹਨਾਂ ਕੋਲ ਸਿੰਧ ਦੇ ਵਿੱਚ ਪਾਣੀ ਨਹੀਂ ਹੈ। ਉਹ ਫਿਰ ਹੁਣ ਜਿਹੜੇ ਅੰਬ, ਜਿਹੜਾ ਤੁਹਾਡਾ ਸਿਨਰੀ ਅੰਬ ਹੈ ਨਾ, ਜਿਹੜਾ ਇਹ ਮੁਲਤਾਨ ਵਾਲੀ ਸਾਈਡ ਤੇ ਹੋ ਰਿਹਾ, ਅਗਰ ਮੇਰਾ ਨੌਲੇਜ ਸਹੀ ਹੈ ਤੇ, ਅਗਰ ਕੋਈ ਬੰਦਾ ਤਸਦੀਕ ਕਰ ਦੇਵੇ। ਮੈਨੂੰ ਕੇਲੇ ਦਾ ਪਤਾ, ਸਿੰਧ ਦਾ ਕੇਲਾ ਛੋਟਾ ਹੋ ਗਿਆ। ਉਹ ਵੀਡੀਓ ਦੇਖੀ ਸੀ ਕੋਈ ਜੀ। ਉਹ ਉਹਨਾਂ ਨੇ ਵਾਲੇकुम अस्सलाम ਅਜ਼ਰ ਭਾਈ ਕੀ ਹਾਲ ਹੈ ਭਾਈ, ਕੈਸੇ हैं ਜੀ? ਅਜ਼ਰ ਭਾਈ ਸ਼ੀਸ਼ੇ ਭਾਈ ਇੱਥੇ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਅੰਬ ਖਵਾ ਦੇਣਾ ਕਰਮ ਵਾਲਿਆ। ਅਮਰੂਦ ਏਡੀ ਕਿਹੜੀ ਗੱਲ ਹੈ। ਉਹ ਮੇਰੀ ਜਾਨ ਤੇ ਟੋਟੇ, ਤੁਸੀਂ ਮੇਰੇ ਕੋਲ ਇੱਥੇ ਆਓ, ਨਾਲੇ ਮੈਨੂੰ ਮਿਲੋ, ਨਾਲੇ ਚਿੱਲ ਮਾਰੀਏ ਥੋੜਾ। ਕੋਈ ਰੋਲ ਹੈ ਹਾਂ ਮੇਰੇ ਕੋਲ ਇੰਨਾ ਟਾਈਮ ਨਹੀਂ ਜੇ ਹੈ, ਤੁਹਾਨੂੰ ਪਤਾ ਕੰਮ ਹੀ ਇੰਦਾ ਵੇ ਆਪਣਾ। ਤੇ ਇੱਕ ਦਿਨ ਬੈਸ ਇੱਥੇ ਰਹਿ ਕੇ ਇੱਕ ਦਿਨ ਨਾ ਜਾਈਏ ਤੇ ਕੰਮ ਗੜਬੜ ਹੋ ਜਾਂਦਾ। बिल्कुल। उस्मान भाई लगा लें फिर ब्रॉड तैयारी करें। ਆਹੋ ਅਗਰ ਉਸਮਾਨ ਭਾਈ ਨੇ ਸ਼ੁਰੂ ਕਰਨੀ ਹੈ ਤੇ ਕਰ ਲਓ। ਮੈਂ 10 ਮਿੰਟ ਤੁਹਾਡੇ ਨਾਲ ਬੈਠਾਂਗਾ, ਫਿਰ ਮੈਂ ਜਦੋਂ ਮੈਨੂੰ ਕਾਲ ਆਉਂਦੀ ਹੈ ਉੱਥੇ ਬੈ ਕੇ ਥੋੜਾ फिर मैं निकल जाना। फिर शुरू करिए जी। नहीं जितनी देर तक ब्राड चल रही है ना उनको चलने दे, जब बंद करेंगे फिर मैं शुरू करूंगा।
ਠੀਕ ਹੈ, ਠੀਕ। ਤੇ ਉਹ ਆਲੇ ਭਾਈ ਨੇ ਵੀ ਚੰਗਾ ਸ਼ੁਗਰ ਲਵਾਇਆ ਹੈ। ਉਹਦੇ ਬਾਅਦ ਇੱਕ ਦੋ ਮਰਜ਼ਈ ਆਏ ਨੇ, ਉਹਨਾਂ ਨੇ ਵੀ ਚੰਗਾ ਸ਼ੁਗਰ ਲਵਾਇਆ। ਅੱਜ ਮਜ਼ਾ ਆਇਆ ਅੱਜ ਜਾਣਾ ਅਲਹਮਦੁਲਿਲਾ। ਅੱਜ ਦੀ ਬਰਾਡ ਰਿਕਾਰਡ ਹੋਈ ਸੀ? ਨਹੀਂ ਮੇਰੇ ਖਿਆਲ ਨਾਲ ਬਾਬਰ ਭਾਈ ਅੱਜ ਨਜ਼ਰ ਨਹੀਂ ਆਏ, ਨਹੀਂ ਬਿਜ਼ੀ ਹੋਣੇ ਨੇ ਕਿਧਰੇ। ਨਹੀਂ ਉਹ ਕੁਛ ਦਿਨ ਤੋਂ ਨਹੀਂ ਬਰਾਡਾਂ ਰਿਕਾਰਡ ਕਰ ਰਹੇ ਹੋ, ਮੈਂ ਦੇਖਿਆ ਉਹਨਾਂ ਕੋਈ ਜਾਂ ਟਾਈਮ ਨਹੀਂ ਹੈ ਜਾਂ ਕੋਈ ਹੋਰ ਇਸ਼ੂ ਹੈ। ਬਹਰਹਾਲ ਕੁਛ ਦਿਨ ਤੋਂ ਨਹੀਂ ਬਰਾਡ ਸਾਡੀ ਰਿਕਾਰਡ ਕਰ ਰਹੇ ਕੋਈ ਜਾਂ ਅਗਰ ਭਾਈ ਅਪਲੋਡ ਜੀ ਮੈਂ ਨਹੀਂ ਆ ਕਰ ਕੇ ਰਹੇ। ਕਹਾਂ ਮੈਨੂੰ ਫੇਰ ਅਮਰੂਦ ਮਹਿੰਗਾ ਪੈਣਾ। ਜੀ ਜੀ। ਜਾਂ ਇਹ ਹੋ ਸਕਦਾ ਕਿ ਉਹਨਾਂ ਨੂੰ ਅਪਲੋਡ ਕਰਨ ਦਾ ਟਾਈਮ ਨਾ ਮਿਲਿਆ ਹੋਇਆ, ਇਹ ਹੋ ਸਕਦਾ। जी अजहर भाई सुनाओ, सब खैर करिए थे? जी अल्हम्दुलिल्लाह ठीक ठाक। क्या मेरे ख्याल बाबर भाई आए थे एक दो बारी, वो जगह नहीं गई सी। अल्हम्दुलिल्लाह अल्हम्दुलिल्लाह गल वध गई अजहर भाई। की होया है? गए ने बंदे गए ने न्योता लैके ना, आके चलो वेखने केड़ा आंदा है वापस न्योता लैके। वालेकुम अस्सलाम। चलो इंतजार कर लो। सलाम बाबर भाई, कैसे हैं? वालेकुम अस्सलाम रहमतुल्लाहि व बरकातहू। माशाल्लाह माशाल्लाह। नहीं मैनू नहीं ਯਾਰ, ਉਹ ਲੇਕਿਨ ਮੈਨੂੰ ਮੈਸੇਜ ਨਹੀਂ ਆਇਆ ਯਾਰ। ਨਹੀਂ ਤੇ ਅੱਗੇ ਤੁਹਾਡਾ ਜਦੋਂ ਤੁਸੀਂ ਅਪਲੋਡ ਕਰਦੇ ਹੋ ਨਾ ਉਸੇ ਟਾਈਮ ਇਨਵੀਟੇਸ਼ਨ ਉਹ ਆ ਜਾਂਦਾ ਹੈ, ਉਹ ਜਿਹੜਾ ਵੀ ਨੋਟੀਫਿਕੇਸ਼ਨ ਆ ਜਾਂਦਾ ਹੈ। ਲੇਕਿਨ ਕੱਲ ਅੱਛਾ ਅੱਛਾ ਜੀ ਜੀ। ਤੇ ਅੱਜ ਦੀ ਬਰਾਡ ਦੇ ਬੜੇ ਮਜ਼ੇਦਾਰ ਬਰਾਡ ਹੈ, ਤੇ ਫਿਰ ਇਹਨੂੰ ਦੁਬਾਰਾ ਇਨਸ਼ਾਅੱਲਾ ਵੇਖਾਂਗੇ। ਅੱਜ ਦੇਖਾਂਗੇ ਦੁਬਾਰਾ ਇਸ ਬਰਾਡ ਨੂੰ ਇਨਸ਼ਾਅੱਲਾ। ਜੀ ਜੀ। माशाल्लाह माशाल्लाह। बाबर भाई और रिकॉर्ड नहीं की थी? ਮੈਨੂੰ ਜਿਹੜਾ ਉੱਤੇ ਗੁੱਸਾ ਚੜਦਾ ਸੀ ਨਾ ਪਿਆ, ਮੈਨੂੰ ਜਿਹੜੀ ਉੱਤੇ ਤਪ ਚੜਦੀ ਸੀ ਨਾ ਵੀ, ਉਹ ਫਿਰ ਮੈਂ ਉਸਮਾਨ ਭਾਈ ਨੂੰ ਕਾਲ ਕਰਕੇ ਨਾ, ਤੇ ਫਿਰ ਮੈਂ ਆਪਣੀ ਤਪ ਫਿਰ ਕੱਢੀ ਮੈਂ ਜਿਹੜਾ। ਜੀ ਜੀ। शाहजी आए, शाहजी को ऊपर लें। ਹੁਣ ਮੈਂ ਜਿੱਥੇ ਵੇਖ ਲਿੱਤਾ ਨਾ ਹਿਰਕੇ ਨੂੰ, ਮੈਂ ਉਹਨੂੰ ਕਹਿਣਾ ਯਾਰ ਤੇਰਾ ਵੀਡੀਓ ਕਾਲ ਤੇ ਕੈਮਰਾ ਔਨ ਕਰਕੇ ਨਾ ਮੈਨੂੰ ਆਪਣਾ ਉਸਤਾਦ ਮੁਹਤਰਮ ਹੈ ਬ੍ਰੈਂਡ ਜੀ। ਪੈਨ ਤੇ ਵਹਾ। जी जी। ओके बाबर भाई। अस्सलाम वालेकुम शाह साहब, कैसे हैं आप? अस्सलामुअलैकुम सादे मोहतरम, की हाल ठीक हो? अस्सलाम वालेकुम वरहमतुल्लाहि वबरकातुहू। अस्सलाम वालेकुम उस्ताद मोहतरम। वालेकुम अस्सलाम व रहमतुल्लाहि व बरकातुहू। उस्ताद मोहतरम कैसे मिजाज हैं? अल्हम्दुलिल्लाहि रब्बिल आलमीन अला कुल्ली हाल। अल्हम्दुलिल्लाह। उस्ताद मोहतरम में जामिया कैसा जा रहा है काम? माशाल्लाह बच्चे जो हैं वो तवज्जो दे रहे हैं। हाँ जी, वो तो अब दूसरी क्लास भी शुरू हो गई है अल्हम्दुलिल्लाह। माशाल्लाह जी माशाल्लाह वो तो माशाल्लाह। और काम बढ़ गए माशाल्लाह। लड़कियों के 2 मदरसे कर दिए हमने। अल्हम्दुलिल्लाह अल्हम्दुलिल्लाह। माशाल्लाह माशाल्लाह, मुबारक उस्ताद जी। जी खैर मुबारक अल्हम्दुलिल्लाह। काम तो हो ही रहे हैं ना जी, ऐसा ऐसा फिर जितनी हिम्मत है तौफीक है तो लगे ही हुए हैं ना, बस अल्लाह खैर फरमाए। इन्नमल आमालु बिन्नियात व इन्नमा लिकुल्लि इम्रिन मा नवा। अमाल का दारोमदार नीयतों के ऊपर है, और हर शख्स को वो ही मिलता है जिसकी वो नीयत करता है। जैसी नीयत होगी वैसा मिलना है। अल्लाह अकबर। पिछले कुछ दिन से ना मेरी रूहानी कैफियत बड़ी अजीब सी हुई है, बहुत अजीब सी। यकीन जाने फितनों के दौर के अंदर हम गिर चुके हैं। ईमान महफूज रखना मुश्किल हो गया है। रुवायतों के अंदर आता है, हदीसों के अंदर आता है, जिसका मफहूम ये है कि कुर्बे क़यामत में एक वक्त वो आने वाला है
کہ ایمان محفوظ رکھنا بہت مشکل ہو جائے گا. کہا ایمان کو محفوظ کر لینا چاہے تمہیں 7 کوٹھریوں کے اندر چھپ کے اندر سے تالے لگا کے تمہیں اپنا ایمان محفوظ کرنا پڑے. یقین مانیے اس دور میں آ گئے ہم، فتنہ 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 در فتنہ در فتنہ در فتنہ، ہوئے ہوئے ہوئے. یار ہم تو عالم لوگ ہیں تو ہمارے یہ معاملات ہیں، تو ایک جاہل ایک غیر عالم کا کیا بنتا ہوگا؟ بھائی ہم تو عالم لوگ ہیں، ہمیں تو اللہ پاک کے فضل سے، اللہ پاک کی رحم و کرم سے چلو 2-4 لفظ آتے ہیں. وہ ایک بندہ جاہل ہے، اس کو کیا ہوگا؟ اس کا بنے گا کیا؟ وہ ایک نیا فتنہ ہے، وہ کامران شہزاد نام کے ساتھ مفتی لکھا ہوا ہے، اور وہ سیم مرزا غلام قادیانی، مرزا جونیئر جیلمی کی طرز کے اوپر وہ کام کر رہے ہیں سیم. کل تک وہ بندہ صحیح العقیدہ تھا، لیکن ایک دم اس کا دماغ خراب ہو گیا اور الہادی ذہنیت کا شکار ہو گیا. یعنی 2 چیزیں ہیں نا، 2 چیزیں ہیں، اور دونوں ہی اپوزٹ ہیں. ایک ہے مادہ اور اس کے مد مقابل ہے مادے کی روح، روحانیت. اسی کا ایک دوسرا نام ہے ظاہر اور باطن. ظاہر کو مادہ کہتے ہیں اور ظاہر کا جو باطن ہوتا ہے اس کو روحانیت کہتے ہیں، روح کہتے ہیں. جیسے انسان کا بدن جو ہے نا یہ تو مادہ ہے، اور اس کے اندر ایک روح ہے جو اس بدن کو چلا رہی ہے، وہ روحانیت ہے، وہ غیب ہے. اب دیکھنا یہ ہے کہ ہمیں حکم کس چیز کا ہے. قرآن اب کھولتے ہیں ابھی ایسے، الف لام میم ذالک الکتاب لا ریب فیہ ہدی للمتقین. یہ وہ عظیم رتبہ کتاب ہے کہ جس کے اندر کوئی شک ہی نہیں ہے، متقین کے لیے ہدایت کا باعث ہے. ابھی کتاب شروع بھی نہیں ہوئی، ابھی کتاب کا کچھ بھی نہیں، کتاب تو ابھی آئی نہیں نا، تو وہ ابتدا میں کہہ رہا ہے کہ اس کے اندر کوئی شک ہی نہیں ہے. شک ہے ہی نہیں اس میں، ابھی کوئی چیز بیان بھی نہیں ہوئی تو وہ کہہ رہا ہے اس میں شک ہی کوئی نہیں. یہ ایک سوال ہے کہ کتاب تو ابھی آئی نہیں، تو سامنے کوئی چیز ہو تو اس کے اندر شک بھی کریں گے یا تصدیق کریں گے یا اس کی نفی کریں گے، جو بھی کریں گے وہ تو بعد میں کریں گے. کتاب تو تھی، کتاب تو تھی، وہ لوح محفوظ پر جو کتاب تھی اسی کی طرف اس نے اس میں بعید کا اشارہ، بعید کا جو ہے نا ذکر کیا، ذالکا. حالانکہ قریب والی ہوتی تو ہاذا ہوتا، اس نے کہا ذالکا، وہ دور کا اشارہ، وہ کتاب، ذالک الکتاب، کوئی شک نہیں ہے. اور وہ کتاب متقین کے لیے ہدایت ہے. اور وہ جو کتاب تھی وہ تو غائب تھی، وہ ظاہر تو نہیں تھا، وہ کوئی مادہ تو نہیں تھا، وہ موجود نہیں تھی تمہارے ہاتھوں میں، وہ تو غائب تھی. تو وہ غیب کے اوپر وہ کہا وہ والی غیب والی جو کتاب ہے نا وہ متقین کے لیے ہدایت کا باعث ہے. ہدی للمتقین.
اب متقین کون سے ہیں، ان کی علامتیں اللہ بیان کرتا ہے، 5 علامتیں بیان اس نے کی ہیں۔ پہلی علامت الذین یؤمنون بالغیب، یہ وہ لوگ ہیں متقین کے جو غیب کے اوپر ایمان لاتے ہیں، مادے پر نہیں، روح پر ایمان لاتے ہیں، روحانیت پر ایمان لاتے ہیں، غیب پر ایمان لاتے ہیں، وہ مادہ پرست نہیں ہوتے، وہ مادہ ان کے سامنے کوئی حیثیت نہیں رکھتا۔ ہوئے 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 یار، قرآن کی تلاوتیں، پورے قرآن کی تلاوتیں چھوڑو، وہ تو بڑی، وہ کیا تمہیں خاک سمجھ آنی ہے، وہ یہی 2-3 آیتیں بس اس کے اوپر ہی غور کر لو، اور انہی 2-3 آیتوں کو ہی اپنی زندگی کا جو ہے نا تم مشعل راہ بنا لو، بس کافی ہے۔ وہ پورے قرآن پڑھ لو گے تمہیں کچھ نہیں ملنا، وہ یہ تو متقین کے لیے ہدایت کا باعث ہے یہ قرآن، اور یہ کون سا قرآن، یہ تو غیب والا قرآن کی بات ہو رہی ہے، اور متقین بھی کون سے ہیں، نماز روزہ تو بعد کی بات ہے، اور وہ سارے چیزیں بعد کی بات ہے، اللہ کی راہ میں جو خرچ کرنا ہے وہ بعد کی بات ہے۔ الذین یؤمنون بالغیب، الذین یؤمنون بالغیب، سب سے پہلے غیب کے اوپر ایمان، وَيُقِيمُونَ الصَّلَاةَ وَمِمَّا رَزَقْنَاهُمْ يُنْفِقُونَ، نماز کا قیام بعد میں، صدقے خیراتیں بعد میں، وَالَّذِينَ يُؤْمِنُونَ بِمَا أُنزِلَ إِلَيْكَ، اور تیرے اوپر جو نازل ہوا ہے اس کے اوپر ایمان لاتے ہیں، وَمَا أُنزِلَ مِن قَبْلِكَ وَبِالْآخِرَةِ هُمْ يُوقِنُونَ، اور تم سے پہلے جو نازل ہوا اس کے اوپر ایمان لاتے ہیں اور آخرت کے دن پر ایمان لاتے ہیں، یہ بعد میں، یہ ساری چیزیں بعد میں، سب سے پہلی چیز یہ ہے کہ غیب کے اوپر ایمان، مومنوں غیب کے اوپر ایمان، روحانیت کے اوپر ایمان، کرامت اور معجزے کے اوپر ایمان، کرامت اور معجزہ غیب ہے، شیطان نے دیکھیں وہ انسانوں کو کتنا اس نے بہکایا، اور مادیت کے اس دور کے اندر وہ ان سب چیزوں کا انکار کر بیٹھا، وہ کہتے ہیں مانتے ہی نہیں ہوں میں، کوئی معجزہ نہیں، کوئی کرامت نہیں، میں مانتا ہی نہیں، بابوں کا خدا کوئی اور، کتابوں کا کوئی اور، مانتا ہی نہیں، میں ان چیزوں کو مانتا ہی نہیں۔ اچھا وہ یہ بابوں کا انکار کر رہے، ہوئے 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 ہوئے، اللہ اکبر اللہ اکبر، بخاری شریف کی حدیث ہے، حدیث قدسی ہے، حدیث کا نمبر ہے 6502، 6502، 6502، ایک حدیث کافی ہے اپنی زندگی کے لیے، پکڑ لو اس کو مسلمانوں، ایک قرآن کی آیت اور ایک حدیث بس کافی ہے، پوری زندگی گزارنے کے لیے یہ کافی ہے، نہ پڑھو تم بخاری مسلم ترمذی یہ ساری حدیثوں کی کتابیں، ہزاروں حدیثیں نہ پڑھو، ایک حدیث کافی ہے، یہ پورا قرآن نہ پڑھو تمہیں ایک آیت کافی ہے، الذین یؤمنون بالغیب۔ حدیث کیا ہے سنیے، ان ابی ہریرہ قال قال رسول اللہ صلی اللہ علیہ وسلم، ابو ہریرہ رضی اللہ عنہ ارشاد فرماتے ہیں کہ اللہ کے نبی صلی اللہ علیہ وسلم نے ارشاد فرمایا، ان اللہ قال، کہ اللہ سونا ارشاد فرماتا ہے، حضور فرماتے ہیں کہ اللہ نے یہ ارشاد فرماتا ہے، یہ حدیث قدسی ہے۔ اب اللہ کا فرمان سنو، من عادی لی ولیا فقد آذنتہ بالحرب، اور جس نے میرے کسی ایک ولی سے بھی دشمنی کی، عداوت کی، دشمنی کی، عداوت کی،
اس کے اندر نقص نکالے، اس کی تنقیص کی، اس کو ہلکا جانا، اس کی بدخوئی کی، اس کی غیبت کی، اس کی چگلی کی، اس کو ڈی گریڈ کیا، اللہ کہتا ہے فقد آذنتہ بالحرب، میں اس سے اعلان جنگ کرتا ہوں۔ فرمایا وما تقرب الی عبدی بشیء احب الی مما افترضت علیہ، آہا ہا 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 ہا، اور میرا بندہ جن جن عبادتوں سے میرا قرب حاصل کرتا ہے، اور کوئی عبادت مجھ کو اس سے زیادہ پسند نہیں جو میں نے اس پر فرض کی ہے، یعنی یہ جتنی بھی 5 نمازیں ہیں، زکوٰۃ ہے، حج روزہ وغیرہ ہے، یہ تو فرض چیزیں ہیں۔ اب وہ بندہ کرتا کیا ہے؟ فرض کو تو ادا کرتا ہی ہے، آگے کیا کرتا ہے؟ کہتا ہے وما یزال عبدی یتقرب الی بالنوافل، اوئے ہوئے ہوئے، اور میرا قرب اختیار کرتا ہے نفلی باتوں کے ذریعے، نفل پڑھ پڑھ کے میرا قرب اختیار کرتا ہے۔ اب جب وہ نفلی باتیں کر کے میرا قرب میں آتا ہے نا، میری قربت میں آتا ہے، تو ہوتا کیا ہے؟ حتی احبہ، آئے ہائے، اور میں انہیں پیار کرنا وا، اور میں اس سے پیار کرنے لگ جاتا ہوں، آئے ہائے ہائے ہائے۔ فَإِذَا أَحْبَبْتُهُ كُنْتُ سَمْعَهُ الَّذِي يَسْمَعُ بِهِ وَبَصَرَهُ الَّذِي يُبْصِرُ بِهِ وَيَدَهُ الَّتِي يَبْطِشُ بِهَا وَرِجْلَهُ الَّتِي يَمْشِي بِهَا، آئے ہائے 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 ہائے۔ اور جب میں اس سے پیار کرتا ہوں تو میں اس کے کان بن جاتا ہوں، الَّذِي يَسْمَعُ بِهِ، جس سے وہ سنتا ہے، اور میں اس کی آنکھ بن جاتا ہوں، وَبَصَرَهُ الَّذِي يُبْصِرُ بِهِ، جس سے وہ دیکھتا ہے، ہائے 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 ہائے، وَيَدَهُ الَّتِي يَبْطِشُ بِهَا، میں اس کا ہاتھ بن جاتا ہوں جس سے وہ پکڑتا ہے، وَرِجْلَهُ الَّتِي يَمْشِي بِهَا، میں اس کے ٹانگیں بن جاتا ہوں، پاؤں بن جاتا ہوں جس سے وہ چلتا ہے، ہائے 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 ہائے۔ اب یہ اگلی جو چیز اس نے ارشاد فرمائی ہے نا، میں کہتا ہوں لاجواب، اوئے ہوئے ہوئے ہوئے، بڑی حدیثیں تم نے پڑھی، اوئے صرف اس ایک حدیث پر ہی غور کر لو، اوئے تفکر کر لو، ایک ہی حدیث کافی ہے یار، وہ چیز تو ایک ہی بڑی ہے، وہ بڑی حدیثیں تم پیش کرتے ہو، پڑھتے ہو، وہ پاگلو ایک ہی حدیث کافی ہے۔ وہ پتہ ہے کیا ہوتا ہے؟ اللہ کی محبت کا دیکھے، اس کے اپنے ولی کے ساتھ، ولی اللہ کے ساتھ، اس باب بزرگ کے ساتھ اس کی محبت کا انداز دیکھے، کہتا ہے وَإِن سَأَلَنِي لَأُوتِيَنَّهُ، اگر وہ مجھ سے کوئی سوال کرتا ہے کہ یا اللہ یہ مشکل آسان کر دے، یا اللہ میری مدد فرما، یا اللہ مجھے یہ والی چیز عطا کر دے، یا اللہ میرے مرید کے اوپر یہ والے مسائل ہیں اللہ دور کر دے، یا اللہ میرا جو شاگرد ہے وہ اس مصیبت میں پھنسا ہے اللہ دور کر دے، اس کو مصیبت سے نکال دے۔ وَإِن سَأَلَنِي لَأُوتِيَنَّهُ، اور اللہ کہتا ہے میں ضرور بر ضرور اس کا یہ سوال پورا کرتا ہوں، اس کو عطا کرتا ہوں۔ ہوئے 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 ہوئے، وہ کیا ہے وہ شیر یار، وہ یہ ید بیضا لیے پھرتے ہیں، وہ شیر کسی کو آتا ہے؟ نہ پوچھ ان خرقہ پوشوں کی، وہ ہے کوئی شیر آتا ہے کسی کو؟ جی شاہ جی، وہ میرے خیال سے ید بیضا لیے بیٹھے ہیں اپنی آستینوں میں، یہ والا کہہ رہے ہیں آپ؟ ہاں ہاں، یہ شیر پورا کیا ہے؟ ہاں ذہن میں نہیں ہے میرے۔ ید بیضا لیے بیٹھے ہیں آستینوں میں،
نہ پوچھ ان خرقہ پوشوں کی ہاں ہاں اس طرح کوئی شعر ہے پورا، یہ پوری ایک ہے وہ، ارادت ہو تو دیکھ ان کی ید بیضا نہ لیے بیٹھے پوچھ ہیں. ان خرقہ پوشوں کی ارادت ہو تو دیکھ ان کو، ید بیضا لیے بیٹھے ہیں اپنی آستینوں میں، ترستی ہے نگاہ نار سا جس کے نظارے کو، وہ رونق انجمن کی ہے انہی خلوت گزینوں میں، کسی ایسے شریر سے پھونک اپنے خرمن دل کو، کہ خورشید قیامت بھی ہو تیرے خوشا چینوں میں۔ آہا، یہ وہی اللہ کے اولیاء اللہ کا یہ ذکر ہے کہ یہ ان کا مقام، ان کے رتبے، اور فتنے کا دور ایسا آ گیا ہے، جس چیز کا اللہ نے ہمیں، جو بنیاد ہے دین کی، ہمارے دین کی، اسلام کی، ہمارا بیج ہے درخت باد میں، تنا باد میں، جو بیج جس سے یہ اسلام کا یہ جو درخت نکلا ہے تناور، وہ ہے غیب کے اوپر، غیب، وہ روحانیت کے اوپر ہے۔ تو اسی روحانیت اور اس غیب سے ان مسلمانوں کو شیاطین نے دور کر دی ہے۔ وہ قرآن کی انتہا، ابتدا تو غیب سے تھی، انتہا جو تھی وہ تھی یوسوس فی صدور الناس من الجنۃ والناس، کہا کہ یہ اللہ کے بندوں کو بہکاتے ہیں یہ انسان اور شیاطین، جو ان کے سینوں کے اندر وسوسے ڈالتے ہیں، جو اس غیب سے لوگوں کو متنفر کرتے ہیں، اس روحانیت سے لوگوں کو متنفر کرتے ہیں، اللہ والوں سے جو متنفر کرتے ہیں، ان کے سینوں کے اندر شکوک اور شبہات پیدا کرتے ہیں، ان کے ایمان کو متزلزل کرتے ہیں۔ اوئے ہوئے 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 بڑے پڑے قرآن تساں بھائی، وہ بڑیاں قرآن دیاں ایتاں بھائی، وہ بڑیاں حدیثاں بھائی، یہ حدیثاں، وہ بخاری کی حدیث، وہ مسلم کی حدیث، وہ جناب ترمذی کی حدیث، لاؤ بھائی فلاں حدیث، لاؤ بھائی قرآن، لاؤ بھائی حدیث، مطلب ماننی ایک بھی نہیں ہے، ہیں؟ بھائی جس کا تو اللہ نے درس دیا تھا اس کو تو مان نہیں رہا، تو کون سے قرآن اور حدیث کی تو تلاش کر رہا ہے میاں، اس کو تو مان ہی نہیں رہا، اس کا تو تم منکر ہو گیا نا، تو انکار کر بیٹھا نا، غیب کا تو منکر ہے، روحانیت کا تو منکر ہے، کرامت اور معجزے کا تو منکر ہے، اللہ والے کا تو منکر ہو گیا ہے، جن کے بارے اللہ نے فرمایا تھا الا ان اولیاء اللہ لا خوف علیہم ولا هم یحزنون، آئے ہائے ہائے، اور جن کے بارے اللہ نے فرمایا تھا اہدنا الصراط المستقیم صراط الذین انعمت علیہم، اللہ مجھے سیدھے راستے کے اوپر چلا دے، سیدھا راستہ، ان بابے بزرگوں کا راستہ، ان اولیاء اللہ کا راستے کے اوپر چلا دے، اور تو مانتا ہی نہیں ہے اللہ کے ولیوں کو، اور تو اللہ کے بندوں کے اندر تو نکتہ چینیاں کر رہا ہے، تجھے اپنے گناہ تو نظر ہی نہیں آ رہے، تو اولیاء اللہ کے پیچھے پڑ گیا۔ تو یاد رکھ، بخاری کی ابھی میں نے حدیث پڑھی ہے، من عادی لی ولیا فقد آذنتہ بالحرب، اللہ کہتا ہے میرے کسی ایک چھوٹے سے چھوٹے ولی کی بھی کسی نے عداوت کی، میں اس سے اعلان جنگ کرتا ہوں۔ ولی نکرہ کا صیغہ ہے، نکرہ، اور یہ قاعدہ کلیہ ہے، نکرہ اپنی عمومیت کے اوپر دال ہوتا ہے، نکرہ کے اندر ہر بڑے سے بڑا اور چھوٹے سے چھوٹا اس کا تمام افراد داخل ہوتے ہیں، شامل ہوتے ہیں، نکرہ اپنی عمومیت کے اوپر دال ہوتا ہے، اس میں بڑے اولیاء اللہ بھی شامل اور اس میں چھوٹے اولیاء اللہ بھی شامل ہیں۔ من عادی لی ولیا، من عادی لی ولیا، من عادی لی ولیا فقد آذنتہ بالحرب، قرب قیامت ہے مومنوں، مسلمانوں،
ایمان کو بچاؤ، ایمان کو بچاؤ، اللہ کے بندو ایمان کو بچاؤ، نہ پڑو ان جی فلسفوں کے اندر۔ وہ ایک دیوبندی آیا ہے، دیوبندی کہہ رہا ہے کہ میں تبلیغ کرنا چاہ رہا ہوں، نہ اشرف علی چھوڑ تھانوی دے کی چھوڑ دے چھوڑ دے چھوڑ دے شیاطین کو نہیں، چھوڑ دے چھوڑ دے۔ ہمیں دیکھے ہم اللہ رسول کی بات کر رہے ہیں تو وہ یوسوی صوفی صدور الناس من الجنت والناس وہ والا کام ہو رہا ہے نا، وہ ہم نے کرنے ہی نہیں ہے۔ اب وہ شیطان مجسم آئیں گے، وہ ہمیں اللہ کی راہ سے ہٹائیں گے۔ اتنا پیارا موضوع، اتنا پیارا موضوع چھڑا ہے، وہ یہاں سے ہٹائیں گے، وہ یہی کام ہے، وہ وسوسہ ڈالیں گے آ کے نا۔ چلو دیو کے بندر دوبر بلند، دیو بند دوبر بلند، نیچے ڈبل ٹیپ ٹرپل ٹیپ کر چل۔ تو بہرحال کوئی فلسفے نہیں بھائی، ہم نہیں، ہم کوئی عالم مفتی کوئی کچھ نہیں، ہم جاہل ہی صحیح، ہم بھائی کچھ بھی نہیں ہے، ہم صحیح ہیں، بس ہمیں یہ ایک دو آیتیں اور ایک دو حدیث کافی ہے ہماری زندگی گزارنے کے لیے، کافی ہے، کافی و وافی ہے۔ کوئی لمبے چوڑے فلسفے نہیں، کوئی لمبی چوڑی بحثیں نہیں، کوئی جناب فلسفی نہیں، کوئی مناظرے نہیں، کوئی کیلو کال نہیں، کوئی تکرار نہیں، بس زندگی گزارنے کے لیے ہمیں نسخہ اللہ پاک نے دیا ہے بھائی، بس وہ کافی ہے ہمیں۔ اللہ اکبر۔ کرامت جو ہوتی ہے نا، یاد رکھیے گا، کرامت اور معجزہ دونوں کی ڈیفینیشن ایک ہی ہے، صرف شخصیت کا فرق ہے۔ یعنی ایسا عمل کہ جو محیر العقول و عقلوں کو حیرت میں ڈال دے، عقلوں کو، انسانی عقل کو حیرت میں ڈال دے، اور عام انسان کی طاقت اس کام کرنے کی صلاحیت نہ رکھتی ہو، اگر ایسا عمل کسی نبی سے سرزد ہو یا رسول سے سرزد ہو تو اس کو معجزہ کہتے ہیں۔ اگر ایسا ہی عمل کسی غیر نبی سے سرزد ہو، کسی صحابی، تابعی، اہل بیت اطہار، اولیاء اللہ، علماء، فقہا، فقراء، صلحاء سے ظاہر ہو، اس کو کرامت کہتے ہیں۔ اور یہی چیز اگر کسی فاسق و فاجر وغیرہ اور کافروں سے سرزد ہو تو اس کو شوبدہ کہتے ہیں یا جادو کہتے ہیں۔ چیز ایک ہی ہے، صرف وہ تھوڑا سا شخصیت کا فرق ہے اور نام کا فرق پڑ جاتا ہے۔ ہاں یہ ایک الگ ٹاپک ہے کہ ان چیزوں کی آڑ لے کر کے کچھ بہروپیوں نے، کچھ شیطان کے بندوں نے یہ کام اپنے لیے ثابت کیے۔ اپنے لیے ثابت کیے، انہوں نے کہا ہمارے پاس بھی ایسے کرامتیں ہیں اور ہم بھی کرامتیں ایسی دکھا سکتے ہیں، ہمارے پاس بھی ایسے معجزے ہیں۔ اچھا یاد رکھیے گا، یہاں پہ ایک ضمنی چیز ذہن میں آ گئی ہے، جو حقیقی کرامت یا معجزہ ہوتا ہے نا، وہ نبی یا اللہ کا ولی اعلان نہیں اس کا کرتا، یہ چیزیں غیر ارادی طور پہ ظاہر ہوتی ہیں، اللہ پاک ان سے ہاتھ سے ظاہر کرتا ہے، اور وہ پھر آگے سے ڈنڈورے نہیں پیٹتے، او دیکھو یہ دیکھو میری کرامت، یہ دیکھو میری کرامت، یہ دیکھو، نہیں نہیں۔ ہاں ان کے مریدین جب پھر وہ کتابیں لکھیں انہوں نے پھر اس کے اندر ذکر کر دیا، لیکن وہ تو نہیں کرتے۔ یا کسی ولی اللہ نے کی کوئی کتاب اور اس نے اپنا کرامت خود ہی لکھ دی ہو، یہ دیکھو میری کرامت ہے، ایک دفعہ وہ میں پانی کے اوپر چل کے دکھایا تھا لوگوں کو، تو یہ دیکھو میری کرامت ہے، نہیں ایسے نہیں ہوتا۔ یا حضور علیہ الصلوۃ والسلام کی کوئی حدیث ہو، وہ دیکھو نا ایک دفعہ میں نے معجزہ کر کے دکھایا تھا،
حالانکہ وہ معجزات آپ کو دیگر صحابہ کرام سے مرویات ملیں گے کہ صحابہ کرام نے اس کو بیان کیا کہ ہم نے یہ معجزہ حضور علیہ الصلوۃ والسلام کا دیکھا. اب جیلی جو بنا ہوا ہے مرزا غلام قادیانی کذاب، وہ تو گن گن کے اپنے نشان اور معجزے اور کرامتیں وہ بیان کرتے ہیں. یہ دیکھو جی، یہ دیکھو، یہ میری کرام. اسی طریقے سے وہ جیلی مرزا جونیئر جیلمی وہ بھی اپنی کرامتیں بیان کرتا ہے، کہتا ہے میری کرامت ہے یہ. تو جب کہ حقیقت یہ کہ جو اللہ کے سچے ولی ہوتے ہیں وہ تو اپنی کرامتوں کا ایسے اظہار تو نہیں کرتے، ایسے ذکر تو نہیں کرتے. یہ جیلی لوگوں کی علامت ہوتی ہے. جی بات کر لیں جناب. کسی نے بات کرنی ہے بات کر لیں. کہ غیب میں مدد عثمان بھائی پھر آپ ایسا کریں کہ اپنی براڈ پہ سٹارٹ کر لیں، کیونکہ شاہ صاحب گفتگو فرما رہے تھے نا، تو اس وجہ سے میں پھر بیچ میں نہیں بولا. تو آپ اپنی براڈ پھر یہ کہ سٹارٹ کر لیں، سارے بھائی پھر اس طرف چلے جائیں. عثمان بھائی کہہ رہے تھے میں براڈ لگا لیتا ہوں. اچھا چلیں مجھے اجازت دیں، ٹھیک ہے؟ تو پھر انشاءاللہ کبھی حاضر ہوں گے. بس یار اللہ کے بندوں کو یہ سمجھاؤ بھائی، تھوڑا بہت سمجھاؤ. مادیت کا دور ہے، یہ شیطان کے بہکاوے میں آگے ہیں کچھ اللہ کے بندے، یہ شیطان کے خطوات کے اوپر چل رہے ہیں. ان کو سمجھاؤ بس پیار محبت سے. ہونا تو وہ یہ جو اللہ نے چاہنا ہے، وہ جن کے دلوں کے اوپر اللہ نے مہریں کر دی وہ تو نہیں ہٹنی نا، وہ بھی اللہ ہی چاہے گا تو ہٹائے گا. لیکن آپ لوگوں کا کام ہے کہ بس اگرچہ بت ہیں جماعت کی آستینوں میں، مجھے ہے حکم اذان لا الہ الا اللہ، تھوڑا بہت سمجھاتے رہیں بس، ٹھیک، بات ختم ہوتی ہے. جس نے سمجھنا ہے سمجھ جائے، جس نے نہیں سمجھنا نہ سمجھے بھائی، جائے باڑ میں، ہمیں اس سے کوئی غرض نہیں. ایک بندہ جنم میں جانا ہی چاہ رہا ہے تو جانے دو اس کو. تو چلیں بھائی آپ حضرات پھر تشریف رکھیے، تو مجھے اجازت دے دیں. رب رکھا، اللہ سلامتیاں عطا فرمائے. السلام علیکم ورحمۃ اللہ. وعلیکم السلام. وعلیکم السلام ورحمۃ اللہ السلام وبرکاتہ. عثمان بھائی پھر براڈ لاؤ تے جڑا نا چھینڈا پھر کڈ لو وڈے والا جڑا ہنڈر نہیں پیا اپنے کول ایک، وہ کڈو پھر جڑا نا میں انی دیر تک گھروں آنا پھر آن لائن. تے جڑے دوبر بلاندے نے نا جڑے انہاں دی دوبر سدھی کرنی جڑا نا، یہ باز نہیں انہاں نے آنا.